श्री वाहिगुरु साहिब जी। सतनाम श्री वाहिगुरु साहिब जी। सो कहो टल गुर सेवियै, अहनस सहज सुभाए। दर्शन परसै गुरु कै, जन्म मरण दुख जाए। सतनाम श्री वाहिगुरु साहिब जी। सोरठ महला पंजवा। घर दूजा चौपदे। एक ओंकार सतगुर प्रसाद। एक पिता एक सके हम पारक। तू मेरा गुरहाई। सुन मीता जियो हमारा बल बल जासी। हर दर्शन देहो दिखाई। सुन मीता धूरी को बल जाई। इहो मन तेरा भाई। एक पिता एक सके हम बारक। तू मेरा गुरहाई। सुन मीता जियो हमारा बल बल जासी। हर दर्शन देहो दिखाई। सुन मीता धूरी को बल जाई। इहो मन तेरा भाई। रहाओ पाव मलोवा मल मल धोवा। इहो मन तै कू देसा। सुन मीता हों तेरी सरनाई आया। प्रभ मिलो देहो उपदेसा। मान न कीजै शरण हरीजै। करै सो भला मनाइयै। सुन मीता जियो पिंड सब तन अर्पीजै। एवं दर्शन हर जियो पाइयै। भयो अनुग्रह प्रसाद संतन कै। हर नामा है मीठा। जन नानक का गुर कृपा धारी। सब अकुल निरंजन डीठा। भयो अनुग्रह प्रसाद संतन कै। हर नामा है मीठा। जन नानक का गुर कृपा धाई। सब अकुल निरंजन डीठा। वाहिगुरु जी का खालसा वाहिगुरु जी की फतेह। जुगो जुग अटल तख्त चवर छत्र के मालिक गुरगति उपर सुभाएमान। धन धन श्री गुरु ग्रंथ साहिब महाराज जी की पावन ते पवित्र हजूरी अंदर जुड़ मिल वर्क करके बैठी गुरु प्यारी गुरु सवारी खालसा साध संगत जी।
ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਦਾਤਾ ਬੰਦੀ ਛੋੜ ਜੀ ਦੇ ਪਾਵਨ ਦਰਬਾਰ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਬਦ ਸੰਗਤ ਨੇ ਮਿਲ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕੀਤੀ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਾਨੂੰ ਆਪਣੇ ਪਾਵਨ ਮੁਖ ਵਾਕ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਵੱਡਿਆਂ ਭਾਗਾਂ ਵਾਲੇ ਹਾਂ ਜੋ ਗੁਰੂ ਨੇ ਤਰੁੱਟ ਕੇ ਕਿਰਪਾ ਕਰਕੇ ਸਾਨੂੰ ਉਦਮ ਦੇ ਕੇ ਆਪਣੇ ਦਾਤ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸੋ ਆਓ ਹਰ ਰੋਜ਼ ਦੀ ਮਰਿਆਦਾ ਦੇ ਅਨੁਸਾਰ ਸਤਿਗੁਰੂ ਜੀ ਦੇ ਮੁਖ ਵਾਕ ਦੀ ਪਾਵਨ ਕਥਾ ਵਿਚਾਰ ਦੇ ਨਾਲ ਜੁੜੀਏ। ਅੱਜ ਦਾ ਜੋ ਪਾਵਨ ਸ਼ਬਦ ਆਪ ਸੰਗਤ ਨੇ ਸਰਵਣ ਕੀਤਾ ਹੈ, ਇਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਉਹਨਾਂ ਦੀ ਪਾਵਨ ਰਚਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜੋ ਕਿ ਸੂਰਤ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 611 ਦੇ ਉੱਪਰ ਸੁਭਾਇਮਾਨ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਤੇ ਦੂਸਰੇ ਘਰ ਦੇ ਵਿੱਚ ਇਸ ਨੂੰ ਗਾਉਣ ਦੀ ਸਤਿਗੁਰੂ ਜੀ ਨੇ ਤਾਕੀਦ ਕੀਤੀ ਤੇ ਚੌਪਦੇ ਭਾਵ ਕਿ ਚੌਪਦਿਆਂ ਵਾਲਾ ਇਹ ਸ਼ਬਦ ਹੈ। ਔਰ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਉਸ ਅਕਾਲ ਪੁਰਖ ਦੇ ਇੱਕ ਸਰੂਪ ਨੂੰ ਬਿਆਨਿਆ ਤੇ ਇੱਕ ਸਰੂਪ ਨੂੰ ਬਿਆਨਦੇ ਹੋਏ ਸਾਰੀ ਸ੍ਰਿਸ਼ਟੀ ਨੂੰ ਉਸ ਦੀ ਸੰਤਾਨ ਦੱਸਿਆ ਹੈ ਤੇ ਉਸ ਨੂੰ ਸਭ ਦਾ ਮਾਲਕ, ਸਭ ਦਾ ਪਿਤਾ, ਸਭ ਦਾ ਕਸਮ ਦੱਸਿਆ। ਤੇ ਜੇ ਉਹ ਇੱਕ ਸਾਡਾ ਸਾਰਿਆਂ ਦਾ ਪਿਤਾ ਹੈ ਤਾਂ ਉਸ ਨਾਤੇ ਅਸੀਂ ਸਾਰੇ ਇੱਕ ਦੂਸਰੇ ਦੇ ਭਰਾ ਬਣ ਜਾਂਦੇ। ਔਰ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਸਵਾਲ ਤੇ ਜਵਾਬਾਂ ਦੇ ਰਾਹੀਂ ਇੱਕ ਜਗਿਆਸੂ ਜੋ ਉਸ ਗੁਰੂ ਘਰ ਦਾ ਪ੍ਰੇਮੀ ਹੈ, ਉਸ ਪਰਮਾਤਮਾ ਦੇ ਮਾਰਗ ਦਾ ਪਾਤੀ ਹੈ, ਤੇ ਦੂਸਰਾ ਜਿਸਨੇ ਅਜੇ ਸਫ਼ਰ ਸ਼ੁਰੂ ਕਰਨਾ ਹੈ, ਉਸ ਪਿਆਰੇ ਨੂੰ ਉਸ ਪਰਮਾਤਮਾ ਦੇ ਭਗਤ ਅੱਗੇ ਬੇਨਤੀ ਕਰਦਾ ਹੈ, ਸਵਾਲ ਕਰਦਾ ਹੈ ਕਿ ਮੈਨੂੰ ਵੀ ਇਹ ਮਾਰਗ ਤੂੰ ਦੱਸ ਤਾਂ ਜੋ ਮੈਂ ਵੀ ਗੁਰੂ ਦੀ ਕਿਰਪਾ ਦਾ ਪਾਤਰ ਬਣ ਸਕਾਂ, ਉਸ ਪਰਮਾਤਮਾ ਦੇ ਨੇੜੇ ਹੋ ਸਕਾਂ। ਤਾਂ ਫਿਰ ਅਗਲਿਆਂ ਬੰਦਾਂ ਦੇ ਵਿੱਚ ਉਹ ਜਗਿਆਸੂ ਜਿਹੜਾ ਹੈ ਉਹ ਪ੍ਰਸ਼ਨ ਕਰਨ ਵਾਲੇ ਜਗਿਆਸੂ ਦਾ ਜਿਹੜਾ ਹੈ ਉੱਤਰ ਦਿੰਦਾ ਹੈ ਤੇ ਉਸ ਪਰਮਾਤਮਾ ਦੇ ਪ੍ਰਾਪਤੀ ਦਾ ਜੋ ਮਾਰਗ ਹੈ, ਜੋ ਗੁਰੂ ਦਾ ਦਰ ਹੈ, ਉਸ ਦੀ ਸੋਝੀ ਜਿਹੜੀ ਹੈ ਉਹ ਉਸ ਨੂੰ ਦਿੰਦਾ ਹੈ। ਸੋ ਸਤਿਗੁਰੂ ਜੀ ਦਾ ਇਹ ਤਰੀਕਾ ਹੈ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣ ਵਾਸਤੇ। ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਜੀਵਨ ਕਾਲ ਦੌਰਾਨ ਜਿੱਥੇ ਵੀ ਜਾਂਦੇ ਸਨ ਤੇ ਉਹ ਵੀ ਇਸ ਤਰੀਕੇ ਦੇ ਨਾਲ ਉੱਥੇ ਜਿਹੜਾ ਹੈ ਉਹ ਵਿਚਾਰ ਚਰਚਾ ਚਲਾਉਂਦੇ ਸਨ ਕਿ ਦੂਸਰੀ ਧਿਰ ਜਿਹੜੀ ਸੀ ਉਹਨਾਂ ਨੂੰ ਸਵਾਲ ਕਰਦੀ ਸੀ ਤੇ ਸਤਿਗੁਰੂ ਜੀ ਉਹਨਾਂ ਦੇ ਉੱਤਰ ਦਿੰਦੇ ਸਨ। ਤੇ ਇਸ ਤਰੀਕੇ ਦੇ ਨਾਲ ਉੱਥੇ ਜੁੜੀ ਹੋਈ ਸੰਗਤ ਨੂੰ ਸਤਿਗੁਰੂ ਜੀ ਉਸ ਪਰਮਾਤਮਾ ਦੇ ਸੱਚ ਦਾ ਮਾਰਗ ਦ੍ਰਿੜ ਕਰਾਉਂਦੇ ਸਨ ਤੇ ਫੋਕਟ ਕਰਮ ਕਾਂਡਾਂ ਨੂੰ ਖੰਡਨ ਕਰਕੇ ਉਹਨਾਂ ਤੋਂ ਲੋਕਾਂ ਨੂੰ ਬਚਣ ਵਾਸਤੇ ਕਹਿੰਦੇ ਸੀ। ਸਤਿਗੁਰੂ ਜੀ ਜਿਸ ਤਰ੍ਹਾਂ ਸਿੱਧਾਂ ਦੇ ਪਾਸ ਪਰਬਤਾਂ ਤੇ ਗਏ ਤੇ ਸਿੱਧਾਂ ਨੇ ਕੋਈ ਸਵਾਲ ਜਵਾਬ ਕੀਤੇ ਸਿੱਧ ਗੋਸ਼ਟ ਪਾਣੀ ਦੇ ਵਿੱਚ, ਉਹ ਸਾਰੇ ਦਰਜ ਹਨ ਕਿ ਸ੍ਰਿਸ਼ਟੀ ਕਿਸ ਤਰ੍ਹਾਂ ਬਣੀ, ਸ੍ਰਿਸ਼ਟੀ ਤੋਂ ਪਹਿਲਾਂ ਪਰਮਾਤਮਾ ਕਿੱਥੇ ਸੀ, ਤੇ ਸਤਿਗੁਰੂ ਜੀ ਫਿਰ ਉੱਤਰ ਦਿੰਦੇ ਹਨ। ਔਰ ਇਸ ਤਰ੍ਹਾਂ ਸ੍ਰਿਸ਼ਟੀ ਰਚਨਾ ਦਾ ਸਾਰਾ ਵਰਤਾਰਾ ਉਸ ਸਿੱਧਾਂ ਦੀ ਗੋਸ਼ਟ ਦੇ ਵਿੱਚ ਸਤਿਗੁਰੂ ਜੀ ਨੇ ਸਮਝਾਇਆ ਹੈ। ਗੁਰੂ ਸਾਹਿਬ ਹਰਿਦੁਆਰ ਜਾਂਦੇ ਹਨ ਤੇ ਦੇਖਦੇ ਹਨ ਕਿ ਲੋਕ ਕਿੰਨੇ ਫੋਕਟ ਕਰਮ ਕਾਂਡਾਂ ਵਿੱਚ ਫਸੇ ਹਨ ਤੇ ਆਪਾਂ ਦੇਖਦੇ ਹਾਂ ਕਿ ਉੱਥੇ ਵੀ ਸਤਿਗੁਰੂ ਜੀ ਲੋਕਾਂ ਤੋਂ ਉਲਟੀ ਦਿਸ਼ਾ ਵੱਲ ਜਿਹੜਾ ਹੈ ਉਹ ਪਾਣੀ ਸੁੱਟਣਾ ਸ਼ੁਰੂ ਕਰ ਦਿੰਦੇ ਤੇ ਫਿਰ ਲੋਕ ਉੱਥੋਂ ਦੇ ਪੰਡਤ ਸਤਿਗੁਰੂ ਜੀ ਨੂੰ ਸਵਾਲ ਕਰਦੇ ਹਨ ਜਦੋਂ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਹਨ, ਤੇ ਫਿਰ ਸਤਿਗੁਰੂ ਜੀ ਉੱਥੇ ਵੀ ਉਸ ਪਰਮਾਤਮਾ ਦਾ ਜੋ ਸਰਬ ਵਿਆਪਕ ਰੂਪ ਹੈ, ਜੋ ਜਰੇ ਜਰੇ ਦੇ ਵਿੱਚ
ਰਮਿਆ ਹੋਇਆ ਹੈ ਉਸ ਦੀ ਵਿਆਖਿਆ ਕਰਦੇ ਹਨ ਤੇ ਲੋਕਾਂ ਨੂੰ ਸਮਝਾਉਂਦੇ ਹਨ ਕਿ ਭਲਿਓ ਇਹ ਤੁਹਾਡਾ ਦਿੱਤਾ ਹੋਇਆ ਪਾਣੀ ਕਿਤੇ ਨਹੀਂ ਜਾਂਦਾ, ਇੱਥੇ ਹੀ ਡਿੱਗ ਜਾਂਦਾ। ਸੋ ਇਸ ਸ਼ਬਦ ਵਿੱਚ ਵੀ ਇਸੇ ਸ਼ੈਲੀ ਦੇ ਤਹਿਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਇੱਕ ਪਰਮਾਤਮਾ ਦੀ ਜਿਹੜੀ ਹਸਤੀ ਹੈ ਉਹ ਸਾਨੂੰ ਦ੍ਰਿੜ ਕਰਵਾਇਆ, ਕਿਉਂਕਿ ਭਾਰਤੀ ਧਰਮਾਂ ਦੇ ਵਿੱਚ ਬਹੁਤ ਦੇਵਵਾਦ ਦੀ ਮਾਨਤਾ ਹੈ ਔਰ ਸਨਾਤਨ ਮਤ ਦੇ ਅਨੁਸਾਰ ਇੱਕ ਜਿਹੜਾ ਹੈ ਉਹ ਪੈਦਾ ਕਰਨ ਵਾਲਾ ਦੇਵਤਾ ਹੈ, ਇੱਕ ਪਾਲਣਾ ਕਰਨ ਵਾਲਾ ਹੈ, ਇੱਕ ਨਾਸ਼ ਕਰਨ ਵਾਲਾ ਹੈ। ਹਰ ਇੱਕ ਕਾਰਜ ਲਈ ਵੱਖਰਾ ਵੱਖਰਾ ਦੇਵਤਾ ਜਿਹੜਾ ਹੈ ਉਹ ਨਿਯਤ ਹੈ। ਪਰ ਸਤਿਗੁਰ ਜੀ ਨੇ ਇਸ ਤੋਂ ਵੱਖਰੀ ਆਪਣੀ ਵਿਚਾਰਧਾਰਾ ਸਾਨੂੰ ਦ੍ਰਿੜ ਕਰਵਾਈ ਹੈ ਤੇ ਇੱਕ ਅਕਾਲ ਪੁਰਖ ਦੇ ਲੜ ਸਾਨੂੰ ਲਾਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਰੰਭ ਹੀ ਇਸ ਇੱਕ ਤੋਂ ਹੁੰਦਾ ਹੈ, ਇੱਕ ਓੰਕਾਰ, ਭਾਵ ਉਹ ਪਰਮਾਤਮਾ ਇੱਕ ਹੈ ਤੇ ਇੱਕ ਰਸ ਸਭ ਜਗ੍ਹਾ ਜਿਹੜਾ ਹੈ ਉਹ ਪਸਰਿਆ ਹੋਇਆ। ਸੋ ਆਓ ਸਰਵਣ ਕਰੀਏ ਅੱਜ ਦੇ ਇਸ ਸ਼ਬਦ ਵਿੱਚ ਵੀ ਸਤਿਗੁਰੂ ਦੀ ਬਖਸ਼ਿਸ਼ ਕਰਦੇ ਹਨ। ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰ ਭਾਈ। ਇੱਕ ਜਗਿਆਸੂ ਜਿਹੜਾ ਹੈ ਉਸ ਪਰਮਾਤਮਾ ਦੇ ਪਿਆਰੇ ਨੂੰ ਸਵਾਲ ਕਰਦਾ ਹੈ, ਪੁੱਛਦਾ ਹੈ ਤੇ ਕਹਿੰਦਾ ਹੈ ਕਿ ਆਪਣਾ ਇੱਕ ਹੀ ਪਿਤਾ ਹੈ, ਉਹ ਅਕਾਲ ਪੁਰਖ। ਸਾਹਿਬ ਮੇਰਾ ਇੱਕੋ ਹੈ ਭਾਈ, ਇੱਕੋ ਹੈ। ਇੱਕ ਕਿਉਂ ਹੈ? ਕਿਉਂਕਿ ਉਸ ਦੇ ਵਰਗਾ ਦੂਸਰਾ ਹੋਰ ਕੋਈ ਹੈ ਹੀ ਨਹੀਂ ਤੇ ਨਾ ਹੀ ਹੋ ਸਕਦਾ ਹੈ। ਜਿਤਨੀ ਸ਼ਕਤੀ ਦਾ ਮਾਲਕ ਉਹ ਪਰਮਾਤਮਾ ਹੈ, ਇੰਨੀ ਸ਼ਕਤੀ ਦਾ ਮਾਲਕ ਕੋਈ ਦੂਸਰਾ ਹੋਵੇ ਤੇ ਫਿਰ ਹੀ ਅਸੀਂ ਕਹੀਏ ਨਾ ਕਿ ਉਹ ਇੱਕ ਨਹੀਂ ਦੋ ਹੈ। ਤੇ ਉਸ ਇੱਕ ਨੇ ਹੀ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਪੈਦਾ ਕੀਤੀ ਹੈ। ਸਤਿਗੁਰੂ ਦੀ ਬਾਣੀ ਵਿੱਚ ਫਰਮਾਉਂਦੇ ਹਨ, ਸਾਚੇ ਤੇ ਪਵਣਾ ਭਇਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਉਸ ਇੱਕ ਨੇ ਉਸ ਸੱਚ ਤੋਂ ਘਟ ਘਟ ਦੇ ਵਿੱਚ ਆਪਣੀ ਜੋਤ ਸਮਾ ਕੇ ਇਹ ਸ੍ਰਿਸ਼ਟੀ ਰਚੀ ਹੈ ਤੇ ਇਸ ਨਾਤੇ ਫਿਰ ਉਹ ਇੱਕ ਅਕਾਲ ਪੁਰਖ ਹੀ ਸਾਡਾ ਸਾਰਿਆਂ ਦਾ ਪਿਤਾ ਹੋਇਆ। ਤੇ ਜਗਿਆਸੂ ਜਿਹੜਾ ਹੈ ਉਸ ਪਰਮਾਤਮਾ ਦੇ ਪਿਆਰੇ ਨੂੰ ਬੇਨਤੀ ਕਰਦਾ ਹੈ ਕਿ ਇਹ ਮੇਰੇ ਮਿੱਤਰ, ਇਹ ਮੇਰੇ ਗੁਰ ਭਾਈ, ਜੇਕਰ ਸਾਡਾ ਪਿਤਾ ਇੱਕ ਹੈ ਤੇ ਉਸ ਨਾਤੇ ਅਸੀਂ ਇੱਕ ਦੂਸਰੇ ਦੇ ਗੁਰ ਭਾਈ ਹੋਏ। ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਜੋ ਕਹਿੰਦਾ ਹੈ ਕਿ ਹੇ ਮਿੱਤਰ, ਹੇ ਮੇਰੇ ਪਿਆਰੇ, ਮੈਂ ਤੇਰੇ ਤੋਂ ਵਾਰਨੇ ਬਲਿਹਾਰਨੇ ਜਾਵਾਂਗਾ, ਕੁਰਬਾਨ ਹੋ ਜਾਵਾਂਗਾ ਜੇ ਤੂੰ ਮੈਨੂੰ ਵੀ ਉਸ ਪਰਮਾਤਮਾ ਦੇ ਦਰਸ਼ਨ ਕਰਾ ਦੇਵੇਂ। ਜਿਸ ਪਰਮਾਤਮਾ ਦੇ ਲੜ ਤੂੰ ਲੱਗਾ ਹੈ, ਜਿਸ ਗੁਰੂ ਦੇ ਦਰ ਦਾ ਤੂੰ ਭੌਰਾ ਹੈ, ਜੇ ਮੈਨੂੰ ਵੀ ਉਸ ਦਰ ਤੇ ਲੈ ਚੱਲੇ ਤਾਂ ਮੈਂ ਤੇਰੇ ਤੋਂ ਕੁਰਬਾਨ ਹੋ ਜਾਵਾਂਗਾ, ਆਪਣਾ ਆਪਾ ਵਾਰ ਦੇਵਾਂ। ਕਿਉਂਕਿ ਇੱਕ ਜੁੜਿਆ ਹੋਇਆ ਹੀ ਦੂਸਰੇ ਨੂੰ ਜੋੜ ਸਕਦਾ ਹੈ। ਅਸੀਂ ਇਤਿਹਾਸ ਦੇ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਜਦੋਂ ਪੜ੍ਹਦੇ ਹਾਂ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਕਿੰਨੇ ਸਾਲਾਂ ਤੋਂ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ, ਪਰ ਮਨ ਨੂੰ ਉਹ ਸ਼ਾਂਤੀ ਪ੍ਰਾਪਤ ਨਾ ਹੋਈ ਜੋ ਉਹ ਲੋਚਦੇ ਸਨ। ਜਾਂਦੇ ਹਰ ਸਾਲ ਸਨ ਔਰ ਉਮਰ ਵੀ ਕਿਤਨੀ ਵਡੇਰੀ ਹੋ ਗਈ ਸੀ, ਪਰ ਜਦੋਂ ਬੀਬੀ ਅਮਰੋ ਜੀ ਦੇ ਮੁਖ ਤੋਂ ਸਤਿਗੁਰੂ ਜੀ ਦੀ ਪਾਵਨ ਬਾਣੀ ਸਰਵਣ ਕੀਤੀ, ਮਨ ਨੂੰ ਉਹ ਆਨੰਦ ਆਇਆ, ਉਹ ਸ਼ਾਂਤੀ ਮਿਲੀ, ਉਹ ਧਰਵਾਸ ਮਿਲਿਆ ਜੋ ਕਈ ਸਾਲਾਂ ਤੋਂ ਲੋਚਦੇ ਸਨ। ਤੇ ਫਿਰ ਬੀਬੀ ਅਮਰੋ ਜੀ ਦੇ ਰਾਹੀਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਹਜ਼ੂਰ ਸਾਹਿਬ ਦੀ ਧਰਤੀ ਆਏ। ਸੋ ਉਸ ਪਰਮਾਤਮਾ ਨਾਲ ਜੋ ਜੁੜਿਆ ਹੈ, ਜੋ ਗੁਰੂ ਦੇ ਦਰ ਨਾਲ ਜੁੜਿਆ ਹੈ, ਉਹੀ ਦੂਸਰਿਆਂ ਨੂੰ ਜੋੜ ਸਕਦਾ ਹੈ। ਇਸੇ ਤਰ੍ਹਾਂ ਹੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਅਸੀਂ ਜੀਵਨ ਪੜ੍ਹਦੇ ਹਾਂ, ਉਹ ਵੀ ਹਰ ਸਾਲ ਦੇਵੀ ਦੇ ਦਰਸ਼ਨਾਂ ਨੂੰ ਸੰਗ ਲੈ ਕੇ, ਜਥਾ ਲੈ ਕੇ ਜਾਇਆ ਕਰਦੇ ਸਨ।
पर मन की तृप्ति नहीं होंदी सी। फिर एक बार जो करतारपुर के लागों लंघ रहे सन तो भाई जोध जी जो गुरु नानक देव महाराज जी के सिख सन, प्यारे सन, गुरु घर के प्रीतवान सन, उन्होंने मुख तो जपजी साहब का पाठ श्रवण किया, मन में शांति मिली, आनंद मिलिया तो कह लगे कि भाई जोध जी ये बाणी किस लिए है, सानू भी उन्होंने दर से लै चलो, उन्होंने दर्शन कराओ। तो भाई जोध जी ने फिर गुरु अंगद देव पातशाह जी जो भाई लैणा जी के रूप में उन्होंने मिले सन, गुरु नानक के दर का जोड़ा रस्ता से वो दसिया, तो उत्थे ही अपना जथा छड्ड के भाई लैणा जी गुरु नानक के घर वाल करतारपुर में चल पए। तो सतगुर की बाणी में कहते हैं कि चरण शरण गुर जाए चल, सतगुर ओट पैंडा आगे कोई देख। एक कदम भी जेकर कोई गुरु वाल चलता है तो गुरु अगों करोड़ा कदम लैण वास्ते आता है, तो गुरु नानक देव महाराज फिर अगों उन्होंने लैण वास्ते आए। आप उन्होंने घोड़ी दियां वागां फड़ के उन्होंने धर्मशाला तक लैके गए। सो इस तरह उस परमात्मा के मिलाउण वालियां दा संग हो जाना, ये भी बड़े बड़े भागां की निशानी है। इसे करके इस शब्द के विच एक जग्यासू जिहड़ा है उस परमात्मा के प्यारे नूं ये बेनती करता है, तरला करता है कि हे मेरे मित्र मेरी गल सुन, मैं तेरे को अपना आपा कुर्बान कर देवांगा, पर तू मैनू उस गुरु का रस्ता दस दे, उस गुरु नाल मिला दे जिहदी तू बाणी पढ़ता है, जिसकी बाणी इतनी आनंदित है, जिसनों सुन के मन तृप्त हो जाता है, मैनू उसके दर्शन करा दे। सुन मीता धूरी को बल जाई, इहो मन तेरा भाई रहा। सतगुरु जी कहते हैं कि हे मित्र, हे उस रब के प्यारे, जे तू मैनू उस गुरु नाल मिला देवें, उस परमात्मा के दर्शनों के मार्ग मैनू दस देवें, तो मैं तेरी धूड़ी जिहड़ी है चरनां दी वो अपने मत्थे दे नाल लगा लवां। ये जिहड़ा तन है मन है ये उस गुरु नूं सौंप देवांगा, क्योंकि जब तक असीं तन मन सौंपांगे नहीं तद तक गुरु की कृपा के पात्र नहीं बन सकांगे। तन मन सौंप के ही सेवा की जा सकती है, तन मन सौंप के ही गुरु दी खुशियां प्राप्त की जा सकती। भाई लैणा जी ने उत्थे ही अपना जथा छड्ड दिता ते गुरु नानक देव जी नूं अपना सब कुछ अर्पण कर दिता, ते फिर वापस घर नहीं गए, उत्थे ही सेवा की। तो फिर कितनियां वड्डियां बख्शिशां गुरु अंगद देव पातशाह जी नूं प्राप्त होईयां। इस तरह गुरु अमरदास पातशाह जी ने कितनी करड़ी घालना घाली खडूर साहिब विखे। 12 साल तो वध का समा हर रोज़ गुरु जी को इशनान करवाते रहे, ब्यास दरिया तो जल लिया के लंगर के विच सेवा करते रहे, नाम सिमरन करते रहे। फिर ये बख्शियां प्राप्त होईयां, भले अमरदास गुर तेरे तेरी उपमा तुहे बना। सो लोड़ है अपना तन ते मन गुरु नूं अर्पण कर देण दी, ते फिर गुरु जिहड़ा है वो अपने जग्यासू नूं, अपने भगत नूं, अपने सिख नूं अपने वर्गा कर लैंदा है। जिवें गुरु अंगद देव पातशाह जी ने अपना अंग बना लिया, गुरु नानक देव जी ने, गुरु अंगद देव महाराज जी ने, गुरु अंगद देव जी ने अपना स्वरूप अपनी जोत बख्शिश कर दी। सो गुरु अपने सिख नूं फिर अपने वर्गा बना लैंदा है, पर लोड़ की है तन ते मन जिहड़ा है वो गुरु नूं सौंपण दी लोड़ है। ते गुरु साहब जी कहते हैं कि हे मित्र, मैनू जे गुरु की धूड़ी मिल जाए, गुरु के चरणों की शोह मिल जाए, उस बदले में आपा अपना आपा कुर्बान कर देवांगा। ये मन जिहड़ा है वो गुरु के हवाले कर देवांगा। रहाओ विश्राम दे के सतगुरु की बख्शिश करते हैं। पाव मलोवा मल मल धोवा, इहो मन तै कूट देसा। ते सतगुरु जी कहते उस परमात्मा का मार्ग दसन के बदले मैं तेरे पैर जिहड़े है
ਉਹਨਾਂ ਨੂੰ ਮਨ ਮਲ ਕੇ ਧੋਵਾਂਗਾ, ਇਹ ਮਨ ਤੈਨੂੰ ਦੇ ਦੇਵਾਂਗਾ। ਸੁਣ ਮੀਤਾ ਹਉ ਤੇਰੀ ਸਰਨਾਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸਾ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਉਸ ਪਰਮਾਤਮਾ ਦੇ ਪਿਆਰੇ, ਮੈਂ ਤੇਰੇ ਦਰ ਆਇਆ ਹਾਂ ਤੇ ਕਿਰਪਾ ਕਰਕੇ ਮੈਨੂੰ ਗੁਰੂ ਦਾ ਦਰ ਦੱਸ, ਮਾਰਗ ਦੱਸ, ਉਪਦੇਸ਼ ਦੇ, ਜਿਹਦੇ ਨਾਲ ਮੇਰਾ ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਸਕੇ, ਜਿਹਦੇ ਨਾਲ ਮੈਂ ਉਸ ਪਰਮਾਤਮਾ ਨੂੰ ਮਿਲ ਸਕਾਂ ਤੇ ਉਹ ਆਨੰਦ ਤੇ ਉਹ ਖੁਸ਼ੀ ਮੈਂ ਵੀ ਪ੍ਰਾਪਤ ਕਰ ਸਕਾਂ ਜੋ ਤੂੰ ਲੈ ਰਿਹਾ ਹੈ। ਤੇ ਫਿਰ ਅੱਗੋਂ ਜੋ ਗੁਰੂ ਦੇ ਦਰ ਘਰ ਦਾ ਪ੍ਰੀਤਵਾਨ ਹੈ, ਜਦੋਂ ਉਸ ਨੂੰ ਇੱਕ ਜਗਿਆਸੂ ਇੱਕ ਸਵਾਲ ਪੁੱਛਦਾ ਹੈ, ਉਸ ਦਾ ਤਰਲਾ ਕਰਦਾ ਹੈ, ਮਿੰਨਤ ਕਰਦਾ ਹੈ ਕਿ ਮੈਨੂੰ ਗੁਰੂ ਦੇ ਨਾਲ ਮਿਲਾ ਦੇ, ਪਰਮਾਤਮਾ ਦੇ ਨਾਮ ਦੇ ਨਾਲ ਜੋੜ ਦੇ, ਉਸ ਪਰਮਾਤਮਾ ਦੇ ਮਿਲਾਪ ਦਾ ਮਾਰਗ ਦੱਸ ਦੇ, ਤਾਂ ਹੁਣ ਅਗਲਿਆਂ ਬੰਦਾਂ ਦੇ ਵਿੱਚ ਉਸ ਪਰਮਾਤਮਾ ਦਾ ਪਿਆਰਾ ਜਿਹੜਾ ਹੈ ਉਸ ਦੇ ਸਵਾਲਾਂ ਦਾ ਜਵਾਬ ਦਿੰਦਾ ਹੈ ਤੇ ਪਰਮਾਤਮਾ ਦੇ ਮਿਲਾਪ ਦਾ ਜੋ ਮਾਰਗ ਹੈ ਉਹ ਦੱਸਦਾ ਹੈ। ਆਓ ਸਰਵਣ ਕਰੀਏ ਜੀ। ਮਾਨ ਨਾ ਕੀਜੈ ਸਰਣ ਪਰੀਜੈ, ਕਰੇ ਸੋ ਭਲਾ ਮਨਾਈਐ। ਸਭ ਤੋਂ ਪਹਿਲਾ ਕੀ ਸ਼ਰਤ ਹੈ ਗੁਰੂ ਦੇ ਦਰ ਤੇ ਆਉਣ ਵਾਸਤੇ, ਉਸ ਪਰਮਾਤਮਾ ਨੂੰ ਪਾਉਣ ਵਾਸਤੇ? ਸਭ ਤੋਂ ਪਹਿਲੀ ਸ਼ਰਤ ਹੈ ਮਾਨ ਨਾ ਕੀਜੈ। ਪਰਮਾਤਮਾ ਦਾ ਪਿਆਰਾ ਫਿਰ ਉਸ ਜਗਿਆਸੂ ਨੂੰ ਕਹਿੰਦਾ ਹੈ ਕਿ ਭਾਈ ਜੇ ਤੂੰ ਉਸ ਗੁਰੂ ਨੂੰ ਮਿਲਣਾ ਹੈ, ਪਰਮਾਤਮਾ ਨੂੰ ਪਾਉਣਾ ਹੈ, ਸੱਚੇ ਗੁਰੂ ਦੇ ਦਰ ਦੇ ਉੱਤੇ ਤੂੰ ਪ੍ਰਵਾਨ ਹੋਣਾ ਹੈ, ਤੇ ਸਭ ਤੋਂ ਪਹਿਲਾਂ ਕੀ ਕਰਨਾ ਪਵੇਗਾ? ਮਾਣ ਛੱਡਣਾ ਪਵੇਗਾ, ਹੰਕਾਰ ਛੱਡਣਾ ਪਵੇਗਾ, ਹਉਮੈ ਛੱਡਣੀ ਪਵੇਗੀ। ਜੋ ਤੂੰ ਮੇਰੀ ਮੇਰੀ ਕਰਦਾ ਹੈ, ਇਹ ਆਪਣੇ ਮਨ ਦੇ ਵਿੱਚੋਂ ਜਿਹੜਾ ਹੈ ਹਉਮੈ ਦਾ ਕੀੜਾ ਹੈ, ਇਸ ਨੂੰ ਮਾਰਨਾ ਪਵੇਗਾ। ਇਸ ਨੂੰ ਮਾਰ ਕੇ ਸ਼ਰਨ ਪਰੀਜੈ, ਗੁਰੂ ਦੀ ਸ਼ਰਨ ਪੈਣਾ ਪਵੇਗਾ। ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਫਿਰ ਗੁਰੂ ਦਾ ਇਹ ਬਿਰਧ ਹੈ। ਜੋ ਸ਼ਰਨ ਆਉਂਦਾ ਹੈ ਗੁਰੂ ਉਸ ਨੂੰ ਫਿਰ ਆਪਣੇ ਕੰਠ ਦੇ ਨਾਲ, ਆਪਣੇ ਹਿਰਦੇ ਦੇ ਨਾਲ ਲਾ ਲੈਂਦਾ ਹੈ। ਮਾਨ ਨਾ ਕੀਜੈ ਸ਼ਰਨ ਪਰੀਜੈ। ਦੂਸਰੀ ਹੈ ਕਿ ਸ਼ਰਨ ਦੇ ਵਿੱਚ ਪੈਣਾ ਹੈ, ਨਿਮਰਤਾ ਦੇ ਨਾਲ ਆਪਣੇ ਮਨ ਨੂੰ ਨੀਵਾਂ ਕਰਕੇ, ਹਉਮੈ ਨੂੰ ਮਾਰ ਕੇ ਗੁਰੂ ਦੀ ਸ਼ਰਨ ਵਿੱਚ ਪੈਣਾ ਹੈ। ਔਰ ਤੀਸਰੀ ਸ਼ਰਤ ਕੀ ਹੈ? ਕਰੇ ਸੋ ਭਲਾ ਬਣਾਈਏ। ਉਹ ਪਰਮਾਤਮਾ ਜੋ ਕਰਦਾ ਹੈ ਉਸ ਨੂੰ ਸੱਤ ਕਰਕੇ ਜਾਣਨਾ ਹੈ, ਭਾਵ ਕਿ ਉਸ ਪਰਮਾਤਮਾ ਦਾ ਹੁਕਮ ਮੰਨਣਾ ਹੈ, ਭਾਣਾ ਮੰਨਣਾ ਹੈ। ਅਸੀਂ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਪਹਿਲੀਆਂ ਪੌੜੀਆਂ ਦੇ ਰੰਭਲੀਆਂ ਪੌੜੀਆਂ ਦੇ ਵਿੱਚ ਹੀ, ਕਿ ਉਸ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਵੇਂ ਇੱਕ ਨੂਰ ਦੀ ਕੰਧ ਟੁੱਟ ਸਕਦੀ ਹੈ। ਤੇ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਹਨ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਉਸ ਪਰਮਾਤਮਾ ਦੇ ਹੁਕਮ ਵਿੱਚ ਚੱਲ ਕੇ ਅਸੀਂ ਇਹਨਾਂ ਬੰਧਨਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਗੁਰੂ ਦੇ ਦਰ ਤੇ, ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਸਕਦੇ ਹਾਂ। ਸੋ ਉਸ ਪਰਮਾਤਮਾ ਦਾ ਪਿਆਰਾ ਜੁਗਤੀ ਦੱਸਦਾ ਹੈ ਜਗਿਆਸੂ ਨੂੰ, ਔਰ ਸਾਨੂੰ ਜੀਵਾਂ ਨੂੰ ਸਤਿਗੁਰੂ ਜੀ ਇਸ ਸਵਾਲਾਂ ਜਵਾਬਾਂ ਦੇ ਰਾਹੀਂ ਸਮਝਾਉਂਦੇ ਹਨ ਕਿ ਇਹ ਭਾਈ, ਪਹਿਲਾਂ ਤਾਂ ਆਪਣੇ ਮਨ ਦੇ ਵਿੱਚ ਇਹ ਤਾਂਘ ਪੈਦਾ ਕਰ, ਇਹ ਤੜਪ ਪੈਦਾ ਕਰ ਵੀ ਮੈਂ ਗੁਰੂ ਵਾਲੇ ਬਣਨਾ, ਤੇ ਫਿਰ ਆਪਣੇ ਅੰਦਰੋਂ ਹਉਮੈ ਨੂੰ ਮਾਰ, ਗੁਰੂ ਦੀ ਸ਼ਰਨ ਵਿੱਚ ਆ ਤੇ ਗੁਰੂ ਦੇ ਹੁਕਮ ਵਿੱਚ ਆਪਣਾ ਜੀਵਨ ਬਤੀਤ ਕਰ। ਸਾਨੂੰ ਸਮਝਾ ਰਹੇ ਹਨ। ਫਿਰ ਕੀ ਹੋਵੇਗਾ? ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਓ ਪਾਈਐ। ਪਰਮਾਤਮਾ ਦਾ ਪਿਆਰਾ ਗੁਰੂ ਕਹਿੰਦਾ ਹੈ ਕਿ ਇਹ ਭਾਈ ਸੁਣ ਮਿੱਤਰ, ਆਪਣਾ ਇਹ ਪਿੰਡ, ਇਹ ਸਰੀਰ, ਇਹ ਮਨ ਸਾਰਾ ਹੀ ਗੁਰੂ ਨੂੰ ਅਰਪਣ ਕਰ ਦੇ, ਇਉਂ ਦਰਸ਼ਨ ਹਰ ਜੀਓ ਪਾਈਏ। ਫਿਰ ਤੈਨੂੰ ਉਸ ਹਰੀ ਦੇ, ਉਸ ਪਰਮਾਤਮਾ ਦੇ ਜਿਹੜੇ ਹਨ ਉਹ ਦਰਸ਼ਨ ਦੀਦਾਰ ਹੋ ਸਕਣ।
फिर ये अवस्था बन सकेगी कि जितने भी इस संसार के जीव हैं वो मेरे भरा हैं, तो वो परमात्मा जिहड़ा है वो मेरा पिता है, तो सब का एक ही वो मालक है। फिर एक अवस्था साडी बन सकती है जेकर ये सारिया गल्लां, ये सारिया शर्तां असीं पूरा करिए, हौमे नूं खत्म कर दईए, गुरु तो बिना होर सारे आसरे छड्ड दईए, ਉਹਦੇ हुक्म नूं मन लईए, अपना तन ते मन गुरु नूं अर्पण कर दईए, फिर परमात्मा दे उस एक परमात्मा दे उस पिता वाला जिहड़ा रूप है उसके सानूं दर्शन हो सकते हैं। जिवें भाई कन्हैया जी नूं होए सन जंग चलती है, गुरु के सिख दुश्मन लड़ते हैं, पर भाई कन्हैया जी की कर रहे हैं कि मशक दे विच उन्होंने पानी पाया है, तो अत की गर्मी के विच जो फट्टड़ होए सिपाही हैं उन्होंने जल छकाउंदे हैं, तो ये नहीं देखते कि ये दुश्मन है या अपना सिख है। वैरियां नूं भी जल छका रहे हैं तो गुरु के सिंघां नूं भी जल छका रहे हैं। ये वरतारा वेख के कुछ सिख गुरु गोबिंद सिंह महाराज जी नूं कहण लगे कि सतगुरु जी, असीं बड़ी मुश्किल के नाल इन्हां वैरियां नूं फट्टड़ करते हैं, जमीन ते टेकते हैं, पर भाई कन्हैया जी उन्होंने मुख दे विच जिहड़ा है वो पानी पा के उन्होंने फिर तगड़िया कर देते हैं। तो सतगुरु जी ने सिखां की बेनती ते भाई कन्हैया जी को अपने पास बुलाया तो पूछा कि तुसीं इस तरह क्यों कर रहे हो, दुश्मनों को भी पानी पिया रहे हो। तो भाई कन्हैया जी कह लगे सतगुरु जी मैनू तो कोई दुश्मन दिसदा नहीं, मैनू तो सब पासे तुहाडा ही स्वरूप दिसदा है। ये है अवस्था जिहड़ी सतगुरु जी ने अज के शब्द में बयान की है, एक पिता एक सके हमपार। कह देना सौखा है पर मनना भाई कन्हैया जी वांग सचमुच ही सारे पासे उस एक दे दीदार करने, ये गुरु की कृपा ही होवे तो फिर ही हो सकता है। नहीं तो असीं दुनियावी तौर पर भी देखते हाँ, जो दुनियावी साडे साख संबंध हैं, एक पिता के दो पुत्र हैं, वो भी आपस दे विच जिहड़ा है भरावां वांग नहीं रहिंदे हैं, वो भी अपने उस पिता की इज्जत नहीं करते हैं। पर असीं सारी सृष्टि नूं ही अपना भरा समझ लईए तो उस परमात्मा नूं अपना पिता समझ के अपना जीवन जीवीए। ये भाई कन्हैया जी की अवस्था है, तो भाई कन्हैया जी उस गुरु की कृपा के नाल ही कृपा सी उन्हां दे उत्ते, तो फिर गुरु गोबिंद सिंह महाराज जी प्रसन्न होए तो कहण लगे भाई कन्हैया जी, जिथे तुसीं जल छकाउंदे हो उत्ते हुण तुसीं इह मलम लै लो, पट्टी लै लो, उन्हां दे जख्मां नूं साफ करके तुसीं मलम पट्टी भी करो। ये अवस्था की प्राप्ति वास्ते इस शब्द में सतगुरु जी एक जग्यासू के रूप के विच उस परमात्मा के प्यारे के अगे तरला करते हैं, मिन्नत करते हैं, तो अपना सब कुछ ही अर्पण करने वास्ते तैयार। तो अगों उस परमात्मा का प्यारा फिर जिहड़ा ये मार्ग दसदा है कि इस तरीके दे नाल अपना आपा अपने अंदरों ईर्खा द्वैश ऊच नीच का भेदभाव मिटा के कि मैं आ हाँ, मैं फलाना सिंह हाँ, मैं बड़ा मेरी चलती है, मैं बड़ा वड्डा हाँ, ये सारिया चीज़ां अपने मन के विचों कढ़ के जो असीं ये जान लवांगे कि जो मेरे अंदर जोत है वो दूसरे में भी वही जोत है, जिस परमात्मा ने मैनू बनाया है दूसरे को भी उसे ने बनाया है। अवले अल्लाह नूर उपाया कुदरत के सब बंदे, एक नूर ते जग सब जग उपजिया कौन भले को मंदे। जदों इस गल नूं असीं समझ लवांगे तो फिर साडा किसी दे नाल झगड़ा वैर विरोध अपने नाल आप ही मिट जाएगा। जो सानूं सोची आ जाए कि जो परमात्मा मेरे विच है तो दूसरे विच भी वही है, तो असीं अपने आप ही उस नाल माड़ा वर्ताव नहीं करांगे, उस नाल भेदभाव नहीं करांगे। तो सतगुरु जी कहते कि इस तरीके नाल गुरु दीयां खुशियां लईआं जा सकदियां हन। पर असीं देखते हाँ कि असीं कलयुगी जीव एक दे उत्ते साडा मन नहीं टिकता है। असीं हर रोज़ नवें तो नवें कसम बदलते हैं। असीं गुरु घर में भी आते हाँ तो होर मनमती थावां ते भी जाते हैं। दंभी पखंडी ते देहधारी
ਗੁਰੂਆਂ ਦੇ ਪਿੱਛੇ ਵੀ ਲੱਗੇ ਫਿਰਦੇ ਹਨ। ਇੱਕ ਗੁਰੂ ਦੇ ਉੱਤੇ, ਗੁਰਬਾਣੀ ਦੇ ਉੱਤੇ ਸਾਨੂੰ ਭਰੋਸਾ ਨਹੀਂ। ਹਰ ਪਾਸੇ ਜਿੱਧਰ ਵੀ ਕੋਈ ਸਾਨੂੰ ਦੱਸ ਪਾਉਂਦਾ ਹੈ ਅਸੀਂ ਉੱਧਰ ਹੀ ਭੱਜੇ ਫਿਰਦੇ ਹਾਂ। ਨਹੀਂ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਫਿਰ ਗੱਲ ਨਹੀਂ ਬਣਦੀ। ਹੋਰ ਸਾਰੇ ਆਸਰੇ ਛੱਡ ਕੇ ਜਦੋਂ ਅਸੀਂ ਕੇਵਲ ਇੱਕ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਘਰ ਦਾ ਉਹ ਆਸਰਾ ਲੈ ਲਵਾਂਗੇ, ਫਿਰ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰ, ਸਾਡੀ ਬਾਂਹ ਫੜਨ। ਨਹੀਂ ਤੇ ਫਿਰ ਸਿਆਣੇ ਕਹਿੰਦੇ ਹਨ ਕਿ ਬਹੁਤੇ ਘਰਾਂ ਦਾ ਪ੍ਰਾਹੁਣਾ ਜਿਵੇਂ ਭੁੱਖਾ ਰਹਿੰਦਾ ਹੈ, ਉਸ ਤਰ੍ਹਾਂ ਬਹੁਤੇ ਗੁਰੂਆਂ ਨੂੰ ਮੰਨਣ ਵਾਲਾ, ਬਹੁਤੇ ਦਰਾਂ ਤੇ ਪਟਕਣ ਵਾਲਾ ਵੀ ਫਿਰ ਜਿਹੜਾ ਹੈ ਉਹ ਸਾਰੇ ਪਾਸੇ ਰਹਿ ਜਾਂਦਾ ਹੈ। ਇਸ ਕਰਕੇ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਲੜ ਲੱਗੀਏ, ਬਾਕੀ ਹੋਰ ਜਿਹੜੇ ਦੰਭੀ ਪਖੰਡੀ ਗੁਰੂ ਹਨ ਜਾਂ ਮਨਮਤੀ ਥਾਵਾਂ ਹਨ, ਉੱਥੇ ਜਾਣ ਤੋਂ ਜਿਹੜਾ ਹੈ ਉਹ ਗੁਰੇਜ਼ ਕਰੀਏ, ਤਾਂ ਜੋ ਸਾਨੂੰ ਉਸ ਪਰਮਾਤਮਾ ਦੇ, ਗੁਰੂ ਦੀ ਕਿਰਪਾ ਦੇ ਨਾਲ ਦਰਸ਼ਨ ਹੋ ਸਕਣ। ਭਇਓ ਅਨੁਗ੍ਰਹੋ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ। ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਦੋਂ ਫਿਰ ਇਸ ਤਰ੍ਹਾਂ ਆਪਣਾ ਸਭ ਕੁਝ ਅਰਪਣ ਕਰਕੇ ਗੁਰੂ ਦੇ ਦਰ ਤੇ ਅਸੀਂ ਆ ਜਾਵਾਂਗੇ, ਗੁਰੂ ਦੀ ਸ਼ਰਨ ਵਿੱਚ ਆ ਜਾਵਾਂਗੇ, ਫਿਰ ਗੁਰੂ ਦੀ ਕਿਰਪਾ ਦੇ ਅਸੀਂ ਪਾਤਰ ਬਣ ਜਾਵਾਂਗੇ। ਕਿਉਂਕਿ ਗੁਰੂ ਤੇ ਸਾਰਿਆਂ ਦੇ ਉੱਤੇ ਇੱਕ ਸਮਾਨ ਹੀ ਕਿਰਪਾ ਕਰਦਾ ਹੈ। ਗੁਰੂ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਪਰ ਜੇ ਗੁਰੂ ਦੀ ਦਿੱਤੀ ਹੋਈ ਦਾਤ ਅਸੀਂ ਲੈਣਾ ਨਾ ਚਾਹੀਏ ਤੇ ਉਹ ਫਿਰ ਸਾਡੀ ਆਪਣੀ ਗੱਲ ਹੈ। ਜਿਸ ਤਰ੍ਹਾਂ ਜਦੋਂ ਵਰਖਾ ਹੁੰਦੀ ਹੈ ਸਭ ਜਗ੍ਹਾ ਹੁੰਦੀ ਹੈ, ਪਰ ਜੇਕਰ ਕੋਈ ਛਤਰੀ ਲੈ ਕੇ ਖੜਾ ਹੋਵੇਗਾ, ਕਮਰੇ ਵਿੱਚ ਬੈਠਾ ਹੋਵੇਗਾ, ਤੇ ਉਹ ਇਸ ਵਰਖਾ ਦੇ ਵਿੱਚ ਭਿੱਜ ਨਹੀਂ ਸਕਦਾ, ਮੀਂਹ ਦਾ ਆਨੰਦ ਨਹੀਂ ਲੈ ਸਕਦਾ। ਇਸੇ ਤਰ੍ਹਾਂ ਗੁਰੂ ਦੀ ਕਿਰਪਾ ਤੇ ਹਰ ਜਗ੍ਹਾ ਤੇ ਵਰਸਦੀ ਹੈ। ਗੁਰੂ ਤੇ ਖੁਸ਼ੀਆਂ ਵੰਡਦਾ ਹੈ, ਦੇਂਦਾ ਦੇ, ਲੈਂਦੇ ਥੱਕ ਪਾਏ। ਪਰ ਅਸੀਂ ਜੀਵ ਜਿਹੜੇ ਹਾਂ ਉਹ ਲੈਣਾ ਨਹੀਂ ਚਾਹੁੰਦੇ। ਗੁਰੂ ਤੋਂ ਆਸੇ-ਪਾਸੇ ਬੇਮੁਖ ਹੋ ਕੇ ਇੱਧਰ ਉੱਧਰ ਜਿਹੜਾ ਹੈ ਉਹ ਭਟਕਦੇ ਫਿਰਦੇ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਤੇ ਫਿਰ ਕੀ ਹੁੰਦਾ ਹੈ? ਜਨਮਾਂ ਜਨਮਾਂ ਦੇ ਵਿਜੋਗ, ਦੁੱਖ ਉਹ ਸਾਨੂੰ ਲੱਗ ਜਾਂਦੇ ਹਨ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਆਪਣਾ ਤਨ ਮਨ ਗੁਰੂ ਨੂੰ ਅਰਪਣ ਕਰ ਦਿੱਤਾ ਹੈ ਤੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ ਹਨ, ਤੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ ਹੈ, ਹਰ ਨਾਮਾ ਹੈ ਮਿੱਠਾ, ਉਹਨਾਂ ਨੂੰ ਫਿਰ ਹਰੀ ਦਾ ਨਾਮ ਮਿੱਠਾ ਲੱਗਦਾ। ਦੂਸਰੇ ਜਿਹੜੇ ਜੀਵ ਹਨ ਜੋ ਆਪਣੇ ਮਨ ਦੀ ਬਿਰਤੀ ਪਿੱਛੇ ਲੱਗਣ ਵਾਲੇ ਹਨ, ਉਹਨਾਂ ਨੂੰ ਦੁਨੀਆ ਦੇ ਪਦਾਰਥ ਮਿੱਠੇ ਲੱਗਦੇ ਹਨ, ਦੁਨੀਆ ਦੇ ਰਸ-ਕਸ ਮਿੱਠੇ ਲੱਗਦੇ ਹਨ। ਪਰ ਉਸ ਪਰਮਾਤਮਾ ਦੇ ਪਿਆਰਿਆਂ ਨੂੰ ਕੀ ਮਿੱਠਾ ਲੱਗਦਾ ਹੈ? ਉਸ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ। ਨੇਕੀ ਤੇ ਚੰਗਿਆਈ, ਸਰਬੱਤ ਦਾ ਭਲਾ ਕਰਨਾ, ਇਹ ਉਹਨਾਂ ਨੂੰ ਮਿੱਠਾ ਲੱਗਦਾ, ਚੰਗਾ ਲੱਗਦਾ। ਭਇਓ ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡੀਠਾ। ਸੋ ਇਸ ਤਰ੍ਹਾਂ ਜਦੋਂ ਉਸ ਨਾਮ ਦੇ ਨਾਲ ਜਗਿਆਸੂ ਜੁੜ ਜਾਂਦਾ ਹੈ, ਉਹ ਨਾਮ ਮਿੱਠਾ ਲੱਗਣ ਲੱਗ ਪੈਂਦਾ ਹੈ, ਫਿਰ ਕਿਸ ਤਰ੍ਹਾਂ ਦੀ ਅਵਸਥਾ ਹੋ ਜਾਂਦੀ ਹੈ? ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਹਨ, ਜਨ ਨਾਨਕ ਕੋ, ਇਸ ਉਸ ਹਰੀ ਦੇ ਦਾਸ ਨੂੰ, ਜਨ ਨੂੰ ਗੁਰੂ ਨੇ ਕਿਰਪਾ ਧਾਰੀ ਹੈ, ਕਿਰਪਾ ਕੀਤੀ ਹੈ, ਸਭ ਅਕੁਲ ਨਿਰੰਜਨ ਡੀਠਾ। ਫਿਰ ਸਾਰੀ ਜਿਹੜੀ ਲੁਕਾਈ ਹੈ, ਸਾਰੀ ਅਕੁਲ ਹੈ, ਉਸ ਪਰਮਾਤਮਾ ਦਾ ਰੂਪ ਹੀ ਦਿਸਦੀ ਹੈ। ਇਸ ਤਰ੍ਹਾਂ ਤੇ ਸਾਨੂੰ ਦਿਸਦੇ ਹਨ ਕਿ ਇਹ ਸਾਡਾ ਦੁਸ਼ਮਣ ਹੈ, ਇਹ ਸਾਡਾ ਮਿੱਤਰ ਹੈ, ਇਸ ਨੇ ਫਲਾਣੇ ਸਮੇਂ ਮੇਰੇ ਨਾਲ ਇਸ ਤਰ੍ਹਾਂ ਕੀਤਾ ਸੀ। ਮਨ ਦੇ ਵਿੱਚ ਸਾਡੇ ਇਸ ਤਰ੍ਹਾਂ ਦੇ ਇੱਕ ਦੂਜੇ ਦੇ ਪ੍ਰਤੀ ਭਾਵ ਹਨ। ਪਰ ਜਦੋਂ ਗੁਰੂ ਦੀ ਕਿਰਪਾ, ਸਤਿਗੁਰੂ ਜੀ ਕਹਿੰਦੇ ਹਨ ਕਿ ਹੋ ਗਈ ਹੈ, ਮੇਰੇ ਤੇ ਗੁਰੂ ਨੇ ਕਿਰਪਾ ਧਾਰ ਲਈ ਹੈ, ਹੁਣ ਸਾਰੇ ਪਾਸੇ ਸਾਨੂੰ ਜਿਹੜਾ ਹੈ ਉਹ ਕੀ ਦਿਸਦਾ ਹੈ? ਉਹ ਪਰਮਾਤਮਾ ਦਾ ਰੂਪ ਦਿਸਦਾ। ਨਿਰੰਜਨ ਤੋਂ ਭਾਵ ਹੈ ਕਾਲਖ ਰਹਿਤ। ਫਿਰ ਕਿਸੇ ਵਿੱਚ ਉਸ ਜੀਵ ਨੂੰ ਕੋਈ ਦੋਸ਼ ਨਹੀਂ ਦਿਸਦਾ ਜੋ ਉਸ ਪਰਮਾਤਮਾ ਦੇ ਨਾਮ ਦਾ ਸਵਾਦ ਚੱਖ ਲੈਂਦਾ। ਉਹ ਦੂਜਿਆਂ ਦੇ ਵਿੱਚ ਫਿਰ ਕਮੀਆਂ ਨਹੀਂ ਕੱਢਦਾ। ਸਾਰੇ ਫਿਰ ਇੱਕ ਸਮਾਨ ਉਸ ਦੀ ਨਜ਼ਰੀ ਪੈਂਦੇ ਹਨ। ਦਾਤਾ ਬੰਦੀ ਛੋੜ ਜੀ, ਜਿਨ੍ਹਾਂ ਦਾ ਇਹ ਪਾਵਨ ਪਵਿੱਤਰ ਸਥਾਨ ਹੈ,
जिथे आप संगत हाजरी भर रहे हो। जहांगीर ने कहा कि सतगुरु जी तुसी हुण इस किले दे विचों जा सकते हो, तो सतगुरु जी चाहते तो इकल्ले जा भी सकते सन। अजकल भी कितने ही लोग जेलों के विच कैद हैं, पर की कोई कहता है कि नहीं मेरे नाल दूजियां नूं भी रिहा करो। ये दाता बंदी छोड़ गुरु हरगोबिंद साहब उन्होंने ही हिस्से आया, कह लगे कि नहीं असीं हुण कल्ले इत्थों नहीं जावांगे, बाकी दे कैदी राजियां नूं भी रिहा करा के ही इत्थों लैके जावांगे। किस तरह ये अवस्था बनती है? यही है सब अकुल निरंजन डिठा, सारी लकाई नूं सारी सृष्टि नूं उस परमात्मा का रूप जानना, किसी विच कोई दोष वो फिर नहीं दिखाई देता। सो दाता बंदी छोड़ गुरु हरगोबिंद साहब जी ने फिर सारे ही इत्थे बंद राजियां नूं 52 राजियां नूं कैद चों रिहा करवाया, जिन्हां दा 400 साला बंदी छोड़ दिवस सरबत संगत 4, 5, 6 अक्तूबर नूं बड़ी श्रद्धा भावना दे नाल मनाउण जा रही है। सो सानू भी अज दे इस पावन पवित्र मुख वाक तो ये सिक्ख्या लैनी चाहिए है कि एक नूं अपना खसम बनाइए, एक नूं अपना पिता मनीए, उस अकाल पुरख नूं कि उस अकाल पुरख की बाणी धुर की बाणी आई इस दे लड़ लगी है। ते बाकी सारे आसरे जिहड़े हैं दुनिया के उन्होंने छड्ड दईए ते गुरु के प्यारिਆਂ की संगत करिए, तां जो असीं भी उस परमात्मा के दर के उत्ते सुरखरू हो सकीए, गुरु की कृपा के पात्र हो सकीए। दाता बंदी छोड़ साडी भी 84 लाख जूना तो जिहड़ी है वो बंद खलासी करा दी। इतना कुछ कहते हुए क्षमा दे जा सतगुर की महिमा अगाध बोध है, विचार करते हैं बेअंत गलतियां भुलां हो जानियां सुभाव। सतगुरु जी गुरु की संगत बख्शण योग है, बख्श दे कृपा कर सतगुरु जी, जो कहने हैं उसके धारनी हो सकीए। सानू अपने लड़ ला के नामदान सिੱਖੀ जीवन बख्शिश कर, गुरु वाले बनिए, गुरबाणी के लड़ लगिए, अमरधारी होकर जीवन जीविए। इतना कुछ कहते हुए क्षमा दे जा चुका। आओ अखीरलियां पंक्तियां का जाप करके फतेह बुलाइए। भयो अनुग्रह प्रसाद संतन कै, हर नामा है मीठा, जन